ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ। ਹਰ ਰਸ ਪੀਵੈ ਸਹਿਜ ਰਹਿ, ਉਡੈ ਨ ਆਵੈ ਜਾਏ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ। ਹਰ ਰਸ ਪੀਵੈ ਸਹਿਜ ਰਹਿ, ਉਡੈ ਨ ਆਵੈ ਜਾਏ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੈ ਭਾਣੈ ਜੇ ਚੱਲਹਿ, ਤਾਂ ਅਣ ਦਿਨ ਰਾਚਹਿ ਹਰਿ ਨਾਏ। ਰਹਾਉ ਗੁਰ ਕੈ ਭਾਣੈ ਜੇ ਚੱਲਹਿ, ਤਾਂ ਅਣ ਦਿਨ ਰਾਚਹਿ ਹਰਿ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕੋ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਚੁਗੈ ਗੁਰ ਪਾਏ। ਹਰ ਰਸ ਪੀਵੈ ਸਹਿਜ ਰਹਿ, ਉਡੈ ਨ ਆਵੈ ਜਾਏ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ। ਗੁਰ ਕੈ ਭਾਣੈ ਜੇ ਚੱਲੈ, ਤਾਂ ਅਣ ਦਿਨ ਰਾਚਹਿ ਹਰਿ ਨਾਏ। ਰਹਾਉ ਗੁਰ ਕੈ ਭਾਣੈ ਜੇ ਚੱਲੈ, ਤਾਂ ਅਣ ਦਿਨ ਰਾਚਹਿ ਹਰਿ ਨਾਏ। ਰਹਾਉ ਵਾਹਿਗੁਰੂ। ਇਹ ਪਵਿੱਤਰ ਬਚਨ ਰਾਗ ਸ੍ਰੀ ਰਾਗ ਤੀਸਰੇ ਪਾਤਸ਼ਾਹ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਤੇਜੋ ਨੰਦਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਰਾਗ ਸ੍ਰੀ ਰਾਗ ਵਿੱਚ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 66 ਉੱਪਰ ਸੁਭਾਏਮਾਨ ਪਹਿਲਾ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜੀ ਮਨੁੱਖ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕੀ ਬਖਸ਼ਿਸ਼ ਕਰਦੇ ਹਨ?
ਪੰਖੀ ਬਿਰਖ ਸੁਹਾਵੜਾ। ਸੰਸਾਰ ਇੱਕ ਦਰਖਤ ਹੈ, ਬਿਰਸ਼ ਹੈ, ਤੇ ਅਸੀਂ ਸਾਰੇ ਪੰਛੀ ਹਾਂ। ਸੋਹਣਾ ਦਰਖਤ ਹੈ ਸੰਸਾਰ, ਜਿਵੇਂ ਇਸ ਨੂੰ ਹਰੀ ਦਾ ਰੂਪ ਵੀ ਕਿਹਾ। ਇਹ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਇਹ ਸੰਸਾਰ ਇੱਕ ਸੁੰਦਰ ਬਿਰਸ਼ ਦੀ ਨਿਆਈ ਹੈ, ਤੇ ਆਪਾਂ ਸਾਰੇ ਇਹ ਤੇ ਪੰਛੀ ਹਾਂ। ਜਿਵੇਂ ਮਾਰੂ ਰਾਗ ਵਿੱਚ ਪਾਤਸ਼ਾਹ ਲਿਖਦੇ ਹਨ, ਬਿਰਖਾ ਹੇਠ ਸਭ ਜਾਂਦੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਅਸਤ ਅਦੋਤ ਭਏ ਉੱਠ ਚੱਲੇ, ਜਿਉਂ ਜਿਉਂ ਕਿਰਤ ਬਿਹਾਣੀਆਂ। ਕੋਈ ਦਿਨ ਛਿਪਦੇ ਨਾਲ ਉੱਡ ਜਾਂਦਾ, ਕੋਈ ਦਿਨ ਚੜ੍ਹਦੇ ਨਾਲ ਉੱਡ ਜਾਂਦਾ। ਭਾਵ ਜਿਵੇਂ ਸਾਡੇ ਸਰੀਰ ਨੂੰ ਛੱਡ ਕੇ ਸਾਡੀ ਜੀਵ ਆਤਮਾ ਨਿਕਲ ਜਾਂਦੀ ਹੈ, ਉਹਨੂੰ ਕਿਹਾ ਬਿਰਖਾ ਹੇਠ ਸਭ ਜੰਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਸੇ ਤਰ੍ਹਾਂ ਹੀ ਇੱਥੇ ਤੀਸਰੇ ਪਾਤਸ਼ਾਹ ਜੀ ਵੀ ਇਸ ਸੰਸਾਰ ਨੂੰ ਇੱਕ ਦਰਖਤ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਸੰਸਾਰ ਇੱਕ ਦਰਖਤ ਹੈ। ਇਸ ਸੰਸਾਰ ਨੂੰ ਪਰਮੇਸ਼ਰ ਦਾ ਵਿਰਾਟ ਸਰੂਪ ਵੀ ਕਹਿ ਦਈਏ, ਜਿਹਦੇ ਵਿੱਚ ਆਪਾਂ ਸਾਰੇ ਪੰਛੀ ਰੂਪ ਜੀਵ ਆਤਮਾਵਾਂ ਵਸਦੇ ਹਾਂ, ਔਰ ਇਹਦੇ ਵਿੱਚ ਰਹਿੰਦੇ ਹੋਏ ਕਈ ਜੀਵ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਦੇ ਆ, ਤੇ ਕਈ ਮਨਮਤ ਅਨੁਸਾਰ। ਜਿਹੜੇ ਆਪਣੀ ਮਨਮਤ ਦੇ ਅਨੁਸਾਰ ਚੱਲਦੇ ਆ ਉਹ ਭਟਕਦੇ ਰਹਿੰਦੇ ਆ। ਜਿਵੇਂ ਕੋਈ ਬੰਦਾ ਭੱਜ ਦੌੜ ਬੜੀ ਕਰਦਾ ਹੈ, ਪਰ ਗੁਰੂ ਪਿਆਰਿਓ ਸੁੱਖ ਨਹੀਂ ਮਿਲਦਾ, ਆਪਣੀ ਮਨਮਤ ਨਾਲ ਭੱਜ ਦੌੜ ਕਰਦਾ। ਪਰ ਕੁਝ ਗੁਰੂ ਦੇ ਭਾਣੇ ਵਿੱਚ ਚੱਲਦੇ ਆ, ਉਹ ਦੁੱਖਾਂ ਵਿੱਚ ਵੀ ਸੁਖੀ ਰਹਿੰਦੇ ਆ, ਤੇ ਸੁੱਖਾਂ ਵਿੱਚ ਤਾਂ ਸੁਖੀ ਰਹਿੰਦੇ ਹੀ ਆ। ਪਰ ਬਹੁਤ ਸਾਰੇ ਐਸੇ ਪੰਛੀ ਵੀ ਹੈ, ਭਾਵ ਐਸੇ ਜੀਵ ਹਨ ਜਿਹੜੇ ਆਪਣੀ ਮਨਮਤ ਛੱਡ ਕੇ ਗੁਰਮਤਿ ਅਨੁਸਾਰ ਚੱਲਦੇ ਐ। ਪਾਤਸ਼ਾਹ ਜੀ ਕਹਿੰਦੇ ਪੰਖੀ ਬਿਰਖ ਸੁਹਾਵਣਾ, ਸੱਚ ਚੁਗੈ ਗੁਰ ਭਾਏ। ਸੱਚਾ ਸੁੱਚਾ ਜੀਵਨ ਬਤੀਤ ਕਰਦੇ ਐ, ਗੁਰੂ ਦੇ ਅਨੁਸਾਰ ਚੱਲਦੇ ਐ, ਗੁਰੂ ਨਾਲ ਪ੍ਰੇਮ ਕਰਦੇ ਐ, ਪਿਆਰ ਕਰਦੇ ਐ। ਹਰ ਰਸ ਪੀਵੈ ਸਹਿਜ ਰਹਿ, ਉੱਡੈ ਨ ਆਵੈ ਜਾਏ। ਉਹ ਸੱਚ ਤੇ ਝੂਠ ਦਾ ਨਿਤਾਰਾ ਕਰਕੇ ਵਿਧੀ ਨਿਖੇਧ, ਭਾਵ ਜੋ ਗ੍ਰਹਿਣ ਕਰਨ ਵਾਲਾ ਉਹਨੂੰ ਗ੍ਰਹਿਣ ਕਰਦੇ ਹੈ, ਜੋ ਛੱਡਣ ਵਾਲਾ ਉਹਨੂੰ ਛੱਡ ਦਿੰਦੇ ਹਨ। ਸੱਚ ਨੂੰ ਗ੍ਰਹਿਣ ਕਰਦੇ ਹੈ, ਝੂਠ ਨੂੰ ਤਿਆਗ ਦਿੰਦੇ ਹਨ। ਹਰ ਰਸ ਪੀਵੈ ਸਹਿਜ ਰਹਿ, ਉੱਡੈ ਨ ਆਵੈ ਜਾਏ। ਉਹ ਭੱਜ ਦੌੜ ਬਹੁਤੀ ਨਹੀਂ ਕਰਦੇ, ਨਾ ਫੁਰਨਿਆਂ ਨਾਲ ਤੇ ਨਾ ਸਰੀਰ ਨਾਲ। ਹਰੀ ਦੇ ਨਾਮ ਦਾ ਰਸ ਪੀਂਦੇ ਨੇ, ਸਹਿਜ ਅਵਸਥਾ ਵਿੱਚ ਜੁੜੇ ਰਹਿੰਦੇ ਐ। ਫੁਰਨਿਆਂ ਵਿੱਚ ਉਹ ਉੱਡਦੇ ਨਹੀਂ, ਦੂਰ ਨਹੀਂ ਭੱਜਦੇ। ਸੱਚੇ ਸਤਿਗੁਰੂ ਕੋਲੋਂ ਉਹਨਾਂ ਨੂੰ ਸੱਚ ਦਾ ਫਲ, ਅਮਰ ਫਲ ਮਿਲ ਜਾਂਦਾ ਹੈ, ਗੁਰਮਤਿ ਦਾ ਫਲ ਮਿਲ ਜਾਂਦਾ ਹੈ। ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਨੂੰ ਫਿਰ ਭਟਕਣ ਦੀ ਲੋੜ ਨਹੀਂ ਪੈਂਦੀ, ਇੱਕ ਥਾਂ ਬੈਠ ਕੇ ਹੀ ਪਰਮੇਸ਼ਰ ਦਾ ਆਨੰਦ ਮਾਣਦੇ ਆ। ਦੂਸਰੇ ਜੀਵਾਂ ਦੀ ਨਿਆਈ ਭੱਜ ਦੌੜ ਨਹੀਂ ਕਰਦੇ, ਉੱਡੈ ਨ ਆਵੈ ਜਾਏ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਉਹ ਜੀਵ ਮਾਤ ਲੋਕ ਵਿੱਚ ਮਨੁੱਖਾ ਜੀਵਨ ਬਤੀਤ ਕਰਦੇ ਹੋਏ, ਕਿਉਂਕਿ ਗੱਲ ਸਾਰੀ ਮਨੁੱਖ ਨੂੰ ਹੀ ਕਹੀ ਗਈ ਹੈ, ਉਦਾਹਰਨਾਂ ਕਈ ਤਰ੍ਹਾਂ ਦੀਆਂ ਹਨ ਇਹਦੇ ਵਿੱਚ। ਕਹਿੰਦੇ ਉਹ ਜੀਵ ਰੂਪੀ ਪੰਛੀ ਜਿਹੜੇ ਹਨ, ਗੁਰੂ ਨਾਲ ਪ੍ਰੇਮ ਕਰਨ ਵਾਲੇ, ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਰੂਪੀ ਚਾਨਣ ਹੋ ਜਾਂਦਾ ਹੈ।
ਪ੍ਰੇਮ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਉਸ ਪ੍ਰੇਮ ਦਾ ਸਦਕਾ ਉਹ ਆਪਣੇ ਘਰ ਵਸਦੇ ਹਨ, ਪਰਮੇਸ਼ਰ ਵਿੱਚ ਮਿਲ ਜਾਂਦੇ ਹਨ। ਉਹ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਦੀਆਂ ਉਡਾਰੀਆਂ ਨਹੀਂ ਭਰਦੇ, ਜੰਮਣ ਮਰਨ ਵਿੱਚ ਨਹੀਂ ਆਉਂਦੇ। ਕਿਉਂਕਿ ਭਾਈ ਨੰਦ ਲਾਲ ਜੀ ਗੋਇਆ ਉਹ ਵੀ ਕਹਿੰਦੇ ਸਹਿਜ ਅਵਸਥਾ ਜਿਨ੍ਹਾਂ ਲੱਭੀ ਰੱਬ ਤਿੰਨਾਂ ਦੀ ਬੁੱਕਲ ਏ, ਜੰਗਲ ਵੇਲੇ ਦੇ ਵਿੱਚ ਜਾਣਾ ਵਾਧੂ ਕੰਮ ਸ਼ੁਦਾ ਦਾ ਹੈ। ਸ਼ੁਦਾਈ ਭਾਵ ਕਮਲਾ। ਕਹਿਣ ਲੱਗੇ ਕਈ ਲੋਕ ਇਹ ਸੋਚਦੇ ਆ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠ ਗਏ, ਉੱਥੇ ਖੁਦਾ ਮਿਲੂਗਾ, ਰੱਬ ਮਿਲੂਗਾ। ਪਰ ਇਹ ਸ਼ੁਦਾਈਆਂ ਵਾਲੀਆਂ ਗੱਲਾਂ ਐ। ਇਹ ਤਾਂ ਘਰ ਦੇ ਵਿੱਚ ਹੀ ਕਿਤੇ ਸਹਿਜ ਅਵਸਥਾ ਬਣ ਜਾਵੇ ਤੇ ਘਰੇ ਹੀ ਮਿਲ ਸਕਦਾ, ਕਿਧਰੇ ਜਾਣ ਦੀ ਲੋੜ ਨਹੀਂ। ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਪੀ ਲਿਆ, ਸਹਿਜ ਅਵਸਥਾ ਪ੍ਰਾਪਤ ਹੋ ਗਈ, ਉਹ ਕਿਧਰੇ ਫੁਰਨਿਆਂ ਨਾਲ ਉੱਡਦੇ ਨਹੀਂ, ਆਪਣੀ ਸੁਰਤ ਨੂੰ ਭਜਾਉਂਦੇ ਦੜਾਉਂਦੇ ਨਹੀਂ, ਆਪਣੇ ਅੰਦਰ ਜੁੜੇ ਰਹਿੰਦੇ ਹਨ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਉਹ ਆਪਣੇ ਨਿਜ ਘਰ ਵਿੱਚ, ਆਪਣੇ ਹਿਰਦੇ ਵਿੱਚ ਵਸ ਜਾਂਦੇ ਹਨ। ਉਹਨਾਂ ਨੂੰ ਆਪਣੇ ਸਰੂਪ ਰੂਪੀ ਘਰ ਵਿੱਚ ਹੀ ਟਿਕਾਣਾ ਮਿਲ ਜਾਂਦਾ ਹੈ। ਉਹਨਾਂ ਦੀ ਭਟਕਣਾ ਖਤਮ ਹੋ ਜਾਂਦੀ ਆ ਔਰ ਅਖੀਰ ਤੇ ਜਦ ਸਰੀਰ ਨੂੰ ਤਿਆਗਦੇ ਆ ਤੇ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੇ ਆ। ਸਰੀਰ ਨੂੰ ਛੱਡ ਕਰਕੇ ਇੱਕ ਐਸੇ ਪੰਛੀ ਹੈ, ਸਤਿਗੁਰੂ ਪਾਤਸ਼ਾਹ ਜੀ ਇਹ ਸ਼ਬਦ ਦੇ ਵਿੱਚ ਜੋ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਆ, ਉਹ ਰਹਾਉ ਦੀ ਪੰਕਤੀ ਵਿੱਚ ਲਿਖਿਆ ਹੈ, ਮਨ ਰੇ ਗੁਰ ਕੀ ਕਾਰ ਕਮਾਏ, ਤਾਂ ਤੇ ਮੇਰੇ ਮਨਾ ਤੂੰ ਗੁਰਮਤਿ ਅਨੁਸਾਰ ਚੱਲ। ਗੁਰੂ ਦੇ ਅਨੁਸਾਰ ਚੱਲ, ਜੋ ਗੁਰੂ ਕਹਿੰਦਾ ਹੈ ਉਵੇਂ ਜੀਵਨ ਬਤੀਤ ਕਰ। ਗੁਰ ਕੈ ਭਾਣੈ ਜੇ ਚੱਲੇ ਤਾਂ ਆਨ ਦਿਨ ਰਾਚਹਿ ਹਰ ਨਾਏ। ਜੇ ਗੁਰੂ ਦੇ ਭਾਣੇ ਚੱਲੇਗਾ, ਜੇ ਤੂੰ ਗੁਰਮਤਿ ਅਨੁਸਾਰ ਚੱਲੇਗਾ ਤੇ ਅਖੀਰ ਸਮਾਂ ਆਵੇਗਾ, ਇਹ ਨਾਮ ਤੇਰੇ ਹਿਰਦੇ ਵਿੱਚ ਰਚ ਜਾਵੇਗਾ, ਤੂੰ ਹਰੀ ਵਿੱਚ ਰਚ ਜਾਵੇਂਗਾ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਤੂੰ ਤੂੰ ਕਰਤੇ ਤੂੰ ਭਇਆ, ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਜਦੋਂ ਸਾਡੇ ਅੰਦਰੋਂ ਆਪਣਾ ਬਗਾਨਾਪਣ ਖਤਮ ਹੋ ਗਿਆ, ਫਿਰ ਹਰ ਥਾਂ ਤੇ ਉਸੇ ਦਾ ਹੀ ਵਾਸਾ ਦਿਖਾਈ ਦਿੰਦਾ। ਇਸ ਕਰਕੇ ਜਦੋਂ ਪਰਮੇਸ਼ਰ ਦਾ ਸਿਮਰਨ ਕਰਦਾ ਕੋਈ, ਹਰ ਕਾ ਸੇਵਕ ਸੋ ਹਰ ਜਿਹਾ ਹੋ ਜਾਂਦਾ। ਇਸੇ ਅਵਸਥਾ ਤੇ ਪਹੁੰਚ ਕੇ ਭਗਤ ਰਵਿਦਾਸ ਜੀ ਕਹਿੰਦੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਸੋਨੇ ਦਾ ਤੋਲਾ, ਸੋਨੇ ਦਾ ਕਿਲੋ ਤੇ ਸੋਨੇ ਦਾ ਕਿਣਕਾ। ਸੋਨੇ ਦਾ ਕਿਲੋ ਲੈ ਲਈਏ ਤੇ 1000 ਗ੍ਰਾਮ ਹੋ ਗਿਆ, ਸੋਨੇ ਦਾ ਤੋਲਾ ਲੈ ਲਈਏ ਤੇ 10 ਗ੍ਰਾਮ ਹੋ ਗਿਆ। ਜੇ ਉਸ ਤੋਲੇ ਦਾ ਵੀ 10ਵਾਂ ਹਿੱਸਾ ਕਰ ਲਈਏ ਤੇ 1 ਰੱਤੀ ਹੋ ਗਿਆ। ਪਰ ਇਹਨਾਂ ਸਾਰੇ ਹੀ ਹਿੱਸਿਆਂ ਨੂੰ ਦੁਨੀਆ ਸੋਨਾ ਹੀ ਕਹੇਗੀ। ਰੱਤੀ ਨੂੰ ਨਿੱਕਾ ਸੋਨਾ ਨਹੀਂ ਕਹਿੰਦਾ, ਕੋਈ ਕਿਲੋ ਨੂੰ ਵੱਡਾ ਸੋਨਾ ਨਹੀਂ ਕਹਿੰਦਾ, ਸੋਨਾ ਹੀ ਹੈ। ਇਸੇ ਤਰ੍ਹਾਂ ਪਰਮੇਸ਼ਰ ਜੋ ਹੈ, ਇਹ ਜੀਵ ਆਤਮਾਵਾਂ ਉਸ ਦੀਆਂ ਰੂਹਾਂ ਹਨ, ਮਾਤਲੋਕ ਦੇ ਵਿੱਚ ਆਈਆਂ ਹੋਈਆਂ। ਜਦੋਂ ਇਹ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੀਆਂ ਤੇ ਭਗਤ ਰਵਿਦਾਸ ਜੀ ਕਹਿੰਦੇ, ਤੇਰੇ 'ਚ ਤੇ ਮੇਰੇ 'ਚ ਕੋਈ ਫਰਕ ਨਹੀਂ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਸੋਨੇ ਦੇ ਟੋਟੇ ਜਿਵੇਂ ਸੋਨਾ ਕਹਾਉਂਦੇ ਐ, ਪਾਣੀ ਦੀਆਂ ਲਹਿਰਾਂ, ਪਾਣੀ ਦੇ ਬੁਲਬੁਲੇ ਵੀ ਪਾਣੀ ਕਹਾਉਂਦੇ ਆ। ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਏ। ਜਦੋਂ ਪਾਣੀ ਦੀਆਂ ਵਟਾਂ ਜਿਹੀਆਂ ਬਣ ਜਾਂਦੀਆਂ, ਉਹਨੂੰ ਲਹਿਰਾਂ ਕਹਿ ਦਿੰਦੇ ਐ। ਜਦੋਂ ਕਿਨਾਰੇ ਤੇ ਵੱਜ ਕੇ ਖਤਮ ਹੋ ਜਾਂਦੀਆਂ, ਵਾਪਸ ਚਲੀਆਂ ਜਾਂਦੀਆਂ, ਉਹ ਫੇਰ ਦਰਿਆ ਬਣ ਜਾਂਦੀਆਂ, ਪਾਣੀ ਬਣ ਜਾਂਦੀਆਂ। ਫਰਕ ਤਾਂ ਕੋਈ ਨਹੀਂ, ਲਹਿਰਾਂ ਵਿੱਚ ਵੀ ਉਹ ਪਾਣੀ ਸੀ,
ਖਤਮ ਹੋਣ ਤੋਂ ਬਾਅਦ ਸਮੁੰਦਰ ਵਿੱਚ ਸਮਾ ਕੇ ਵੀ ਪਾਣੀ ਬਣ ਗਈਆਂ। ਇਸੇ ਤਰ੍ਹਾਂ ਹੀ ਅਸੀਂ ਸਾਰੇ ਸੰਸਾਰ ਰੂਪੀ ਦਰਖਤ ਦੇ ਵਿੱਚ ਪਰਮੇਸ਼ਰ ਦੇ ਵਿਰਾਟ ਰੂਪ ਵਿੱਚ ਪਾਰ ਬ੍ਰਹਮ ਦੇ ਇਸ ਵਿਰਾਟ ਸੰਸਾਰ ਰੂਪੀ ਸਰੀਰ ਦੇ ਵਿੱਚ ਆਪਾਂ ਸਾਰੇ ਵਸੇ ਹੋਏ ਆ। ਪਾਰ ਬ੍ਰਹਮ ਕੀ ਦੇਹ ਮੋਹ, ਪਾਰ ਬ੍ਰਹਮ ਕੀ ਦੇਹ ਮੋਹ ਕੌਣ ਕੌਣ ਰਹਿੰਦਾ ਭਲਾ? ਕੋਟਕ ਵਿਸ਼ਨ ਮਹੇਸ਼। ਤੁਸੀਂ ਤਾਂ ਦੋ ਤਿੰਨ ਬੰਦਿਆਂ ਨੂੰ ਜਾਣਦੇ ਹੋਗੇ ਵੀ ਇੱਕ ਬ੍ਰਹਮਾ ਹੋਇਆ, ਇੱਕ ਵਿਸ਼ਨੂੰ ਹੋਇਆ, ਇੱਕ ਮਹੇਸ਼ ਹੋਇਆ, ਪਰ ਬਾਬਾ ਜੀ ਕੀ ਕਹਿੰਦੇ? ਕਰੋੜਾਂ ਹੀ ਆਏ ਹੋ ਜੇ। ਕਰੋੜਾਂ ਹੀ ਬ੍ਰਹਮਾ ਦੁਨੀਆ ਨੂੰ ਬਣਾਉਣ ਵਾਲੇ ਆ, ਕਰੋੜਾਂ ਹੀ ਵਿਸ਼ਨੂੰ ਦੁਨੀਆ ਨੂੰ ਪਾਲਣ ਵਾਲੇ ਆ, ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਪਰਮੇਸ਼ਰ ਨੇ, ਪਾਰ ਬ੍ਰਹਮ ਨੇ। ਕਰੋੜਾਂ ਹੀ ਉਹਦੇ ਬਣਾਏ ਹੋਏ ਸ਼ਿਵ ਜੀ ਆ ਜਿਹੜੇ ਇਸ ਦੁਨੀਆ ਨੂੰ ਲੈ ਕਰਦੇ ਆ। ਪਾਰ ਬ੍ਰਹਮ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੀਤੇ, ਰਬ ਸਸ ਕਰੋੜ ਜਲੇਸ। ਸੂਰਜ ਚੰਦਰਮਾ ਵੀ ਕਰੋੜਾਂ ਹੀ ਉਹਦੇ ਵਿਰਾਟ ਸਰੀਰ ਵਿੱਚ ਚਮਕਦੇ ਆ। ਇਸ ਕਰਕੇ ਇਹ ਸੰਸਾਰ ਉਹਦਾ ਇੱਕ ਵਿਰਾਟ ਰੂਪ ਦੱਸਿਆ ਸਤਿਗੁਰਾਂ ਨੇ। ਕੁਝ ਪੰਛੀਆਂ ਦੀ ਗੱਲ ਕੀਤੀ, ਭਾਵ ਜਿਹੜੇ ਗੁਰਮੁਖ ਬਣ ਕੇ ਜੀਵਨ ਬਤੀਤ ਕਰਦੇ ਆ, ਉਹ ਅਖੀਰ ਗੁਰ ਕੈ ਭਾਣੈ ਜੇ ਚੱਲੇ ਤਾਂ ਰਾਚੈ, ਹਰ ਨਾਏ। ਜੇ ਗੁਰਮਤਿ ਅਨੁਸਾਰ ਚੱਲੇਗਾ ਮਣਾ ਤੇ ਹਰੀ ਦੇ ਨਾਮ ਦੇ ਵਿੱਚ ਸਮਾ ਜਾਵੇਗਾ ਮਨ ਰੇ। ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੈ ਜੇ ਚੱਲੇ ਤਾਂ ਅਣ ਦਿਨ ਰਾਚੈ, ਹਰ ਨਾਏ ਰਹਾਓ। ਇੱਕ ਦੂਜੇ ਇੱਕ ਹੋਰ ਵੀ ਹੈ ਪੰਛੀ, ਪੰਖੀ ਬਿਰਖ ਸੁਹਾਵੜੇ, ਊਡੈ ਚੌਂ ਦਿਸ ਜਾਏ। ਉਹ ਮਨਮੁਖ ਜਿਹੜੇ ਭੱਜੇ ਫਿਰਦੇ ਆ, ਉਡਾਰੀਆਂ ਲਾਉਂਦੇ ਫਿਰਦੇ ਆ, ਕਦੇ ਕਾਮ ਦੀਆਂ, ਕਦੇ ਕ੍ਰੋਧ ਦੀਆਂ, ਕਦੇ ਹੰਕਾਰ ਦੀਆਂ, ਕਦੇ ਲੋਭ ਦੀਆਂ, ਕਦੇ ਮੋਹ ਦੀਆਂ। ਜਿਹੜੇ ਇਹਨਾਂ ਉਡਾਰੀਆਂ ਵਿੱਚ ਫਸੇ ਹੋਏ ਹਨ, ਉਹ ਭੱਜੇ ਫਿਰਦੇ ਆ, ਉਹ ਵੀ ਪੰਛੀ ਹੈ। ਪਾਤਸ਼ਾਹ ਜੀ ਕਹਿੰਦੇ ਇੱਕ ਉਹ ਪੰਛੀ ਸੰਸਾਰ ਰੂਪੀ ਦਰਖਤ ਦੇ ਉੱਪਰ ਜਿਹੜੇ ਟੇਕੇ ਨਹੀਂ ਬੈਠਦੇ। ਪੰਖੀ ਬਿਰਖ ਸੁਹਾਵੜੇ, ਊਡੈ ਚਾਹੁੰਦੇ ਜਾਏ, ਜੇਤਾ ਊਡੈ ਦੁਖ ਘਣੇ, ਨਿਤ ਦਾਜੈ ਤੇ ਬਿਲ ਲਾਹੇ। ਜਿੰਨਾ ਭੱਜਦੇ ਆ ਓਨੇ ਦੁਖੀ ਹੁੰਦੇ ਆ। ਹੁਣ ਬੰਦਾ ਸਹਿਜ ਨਾਲ ਚੱਲੇ ਤੇ ਸਰੀਰ ਥੱਕਦਾ ਨਹੀਂ, ਭੱਜੇ ਦੌੜੇ ਤਾਂ ਦੁਖੀ ਹੋ ਜਾਂਦਾ। ਇਸੇ ਤਰ੍ਹਾਂ ਹੀ ਇੱਥੇ ਸਤਿਗੁਰਾਂ ਦਾ ਸ਼ਾਇਦ ਖਿਆਲ ਹੈ ਕਿ ਜਿਹੜੇ ਜੀਵ ਆਪਣੀ ਮਨਮੱਤ ਨਾਲ ਭੱਜੇ ਫਿਰਦੇ ਆ, ਮੈਂ ਆਹ ਵੀ ਲੈਣਾ, ਮੈਂ ਆਹ ਵੀ ਲੈਣਾ, ਮੈਂ ਆਹ ਵੀ ਮੇਰਾ ਬਣ ਜੇ, ਆਹ ਵੀ ਮੇਰਾ ਬਣ ਜੇ, ਉਹ ਜਿੰਨਾ ਭੱਜਦੇ ਆ ਓਨੇ ਦੁਖੀ ਹੁੰਦੇ ਆ। ਪ੍ਰੀਤਮ ਜੀ ਕਹਿੰਦੇ ਜੇਤਾ ਊਡੈ ਦੁਖ ਘਣੇ, ਜਿੰਨਾ ਭੱਜਦੇ ਆ ਓਨੇ ਦੁਖੀ ਹੁੰਦੇ ਆ। ਨਿਤ ਦਾਜੈ ਤੇ ਬਿਲ ਲਾਹੇ, ਜਦੋਂ ਕੁਛ ਪ੍ਰਾਪਤ ਨਹੀਂ ਹੁੰਦਾ ਫਿਰ ਬਿਲਕਦੇ ਆ, ਰੋਂਦੇ ਆ, ਦੁਖੀ ਹੁੰਦੇ ਆ, ਸੜਦੇ ਆ। ਲੱਜਣਾ ਹੁੰਦਾ ਸੜਨਾ, ਦੁਖੀ ਹੋਣਾ। ਮਨੁੱਖ ਕਈ ਤਰ੍ਹਾਂ ਨਾਲ ਦੁਖੀ ਹੁੰਦਾ ਹੈ। ਕਈ ਵਾਰੀ ਆਪਣੇ ਦੁੱਖਾਂ ਨਾਲ ਦੁਖੀ ਹੁੰਦਾ ਹੈ, ਕਈ ਵਾਰੀ ਗੁਆਂਢੀ ਦੇ ਸੁੱਖਾਂ ਨਾਲ ਵੀ ਦੁਖੀ ਹੋ ਜਾਂਦਾ। ਕੋਈ ਸਤਨਾਮ ਸ੍ਰੀ, ਦੂਸਰੇ ਦੇ ਸੁੱਖਾਂ ਨੂੰ ਦੇਖ ਕੇ ਵੀ ਕਈ ਵਾਰੀ ਸੜਦਾ ਹੈ। ਉਹਨੂੰ ਕਹਿੰਦੇ ਆ ਈਰਖਾ। ਈਰਖਾ ਜਿਹੜਾ ਮਨੁੱਖ ਕਰਦਾ ਹੈ, ਉਹ ਈਰਖਾ ਦੀ ਅੱਗ ਵਿੱਚ ਆਪਣੇ ਆਪ ਨੂੰ ਆਪ ਹੀ ਸਾੜਦਾ ਹੈ। ਇਸ ਕਰਕੇ ਇਹ ਮਨੁੱਖ ਜਿਹੜਾ ਐਸਾ ਵੀ ਹੈ, ਇੱਕ ਪੰਛੀ ਜਿਹੜਾ ਸੜਦਾ ਹੀ ਰਹਿੰਦਾ ਦਿਨ ਰਾਤ। ਦਾਜੈ ਤੇ ਬਿਲ ਲਾਹੇ, ਬਿਲਕਦਾ ਰਹਿੰਦਾ, ਦੁਖੀ ਹੁੰਦਾ ਹੈ। ਬਿਨ ਗੁਰ ਮਹਿਲ ਨ ਜਾਪਈ, ਨਾ ਅੰਮ੍ਰਿਤ ਫਲ ਪਾਹੇ। ਉਹ ਕਿਉਂ ਦੁਖੀ ਹੈ? ਕਿਉਂਕਿ ਉਹ ਗੁਰੂ ਨੂੰ ਪੁੱਛਦੇ ਨਹੀਂ। ਗੁਰੂ ਨੇ ਸਲਾਹ ਵੀ ਦਿੱਤੀ ਫਿਰ ਇੱਥੇ ਵੀ ਜੇ ਤੂੰ ਸੁਖੀ ਹੋਣਾ ਤੇ ਗੁਰੂ ਨੂੰ ਪੁੱਛ ਲੈ, ਗੁਰੂ ਦੀ ਮੰਨ ਲੈ, ਗੁਰੂ ਅਨੁਸਾਰ ਚੱਲ ਪੈ, ਗੁਰਮਤਿ ਅਨੁਸਾਰ ਚੱਲ ਪੈ, ਜੇ ਤੂੰ ਸੁਖੀ ਰਹਿਣਾ। ਪਾਤਸ਼ਾਹ ਜੀ ਇਹ ਗੁਰੂ ਨੂੰ ਨਾ ਮਿਲਣ ਕਰਕੇ ਹੀ ਦੁਖੀ ਹੈ। ਗੁਰੂ ਤੋਂ ਬਗੈਰ ਇਹਨਾਂ ਨੂੰ ਆਨੰਦ ਦਾ ਮਹਿਲ, ਪਰਮੇਸ਼ਰ ਦਾ ਘਰ ਹੈ ਜਿਹੜਾ, ਉਹ ਪ੍ਰਾਪਤ ਨਹੀਂ ਹੁੰਦਾ। ਪਾਤਸ਼ਾਹ ਜੀ ਕਹਿੰਦੇ
ਬਿਨ ਗੁਰ ਮਹਿਲ ਨ ਜਾਪਈ, ਨਾ ਅੰਮ੍ਰਿਤ ਫਲ ਪਾਹੇ। ਨਾ ਗੁਰੂ ਦਾ ਘਰ ਪ੍ਰਾਪਤ ਹੁੰਦਾ, ਪਰਮੇਸ਼ਰ ਦਾ ਘਰ ਪ੍ਰਾਪਤ ਹੁੰਦਾ, ਨਾ ਅਮਰ ਦੀ ਦਾਤ ਪ੍ਰਾਪਤ ਹੁੰਦੀ ਹੈ। ਬਸ ਭਟਕਦੇ ਰਹਿੰਦੇ ਆ, ਦੁਖੀ ਹੁੰਦੇ ਰਹਿੰਦੇ ਆ। ਫਿਰ ਮਹਾਰਾਜ ਕੀ ਕਰੀਏ? ਕਹਿੰਦੇ ਜੇ ਸੁਖੀ ਵਸਣਾ ਤਾਂ ਗੁਰਮੁਖ ਬ੍ਰਹਮ ਹਰਿ ਆਵਲਾ। ਕਹਿੰਦੇ ਵੀ ਸੰਸਾਰ ਦੇ ਵਿੱਚ ਉਹਨਾਂ ਦੀ ਸੰਗਤ ਕਰੋ। ਜਿਵੇਂ ਗਰਮੀ ਦਾ ਮੌਸਮ ਹੋਵੇ ਤੇ ਕਿਸੇ ਦਰਖਤ ਦੇ ਹੇਠਾਂ ਬਹਿ ਜਾਈਏ ਤੇ ਛਾਂ ਮਿਲਦੀ ਆ, ਔਰ ਥੋੜ੍ਹੇ ਸਮੇਂ ਬਾਅਦ ਜੇ ਉਹ ਫਲਦਾਰ ਪੌਦਾ ਹੋਵੇ ਤੇ ਉਸ ਤੋਂ ਫਲ ਵੀ ਮਿਲ ਜਾਂਦਾ ਖਾਣ ਨੂੰ। ਬਾਹਰੀ ਦੁੱਖ ਧੁੱਪ ਦਾ ਵੀ ਖਤਮ ਹੋ ਗਿਆ ਤੇ ਅੰਦਰੂਨੀ ਧੁੱਪ ਭੁੱਖ ਦਾ ਰੋਗ ਵੀ ਖਤਮ ਹੋ ਗਿਆ, ਭੁੱਖ ਦਾ ਦੁੱਖ ਵੀ ਖਤਮ ਹੋ ਗਿਆ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਕੁਝ ਐਸੇ ਵੀ ਆਪਣੇ ਦਰਖਤ ਬਣਾਏ ਨਾ। ਪਰਮੇਸ਼ਰ ਤਾਂ ਵਿਰਾਟ ਦਰਖਤ ਹੈ ਨਾ, ਸੰਸਾਰ ਵਿਰਾਟ ਹੈ, ਪਰ ਇਹਦੇ ਵਿੱਚ ਕੁਝ ਉਹਨੇ ਆਪਣੇ ਉਪ ਦਰਖਤ ਵੀ ਬਣਾਏ ਨਾ। ਉਪ ਦਰਖਤ ਕਿਹੜੇ ਭਲਾ? ਬ੍ਰਹਮ ਗਿਆਨੀ, ਜਿਹੜੇ ਉਹਦੇ ਨਾਲ ਇਕਮਿਕ ਹੋ ਚੁੱਕੇ ਨੇ। ਗੁਰਮੁਖ ਬ੍ਰਹਮ ਹਰਿ ਆਵਲੇ। ਬ੍ਰਹਮ ਗਿਆਨੀਆਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਜਿਨ੍ਹਾਂ ਕੋਲੋਂ ਤੈਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋਣਾ। ਉਹ ਵੀ ਜੀਵਾਂ ਨੂੰ ਸੁੱਖ ਦੇਣ ਵਾਸਤੇ ਆਏ ਨੇ, ਪਰਮੇਸ਼ਰ ਦੇ ਭੇਜੇ ਹੋਏ। ਪ੍ਰੀਤਮ ਕਹਿੰਦੇ ਆ ਨਾ, ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਪਰਮੇਸ਼ਰ ਨੇ ਸਾਧੂਆਂ ਨੂੰ ਭੇਜਿਆ ਇਹ ਦੱਸਣ ਵਾਸਤੇ ਕਿ ਮੈਂ ਤੁਹਾਡੇ ਨਾਲ ਹੀ ਹਾਂ, ਤੁਹਾਡੇ ਤੋਂ ਦੂਰ ਨਹੀਂ ਹਾਂ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਜਦੋਂ ਕਿਸੇ ਨੂੰ ਇਹ ਵੇਖਣ ਦਾ ਢੰਗ ਆ ਗਿਆ, ਕਿਵੇਂ ਵੇਖਣਾ ਹੈ। ਭਾਵੇਂ ਕਿ ਸੰਸਾਰ ਤਰ੍ਹਾਂ ਤਰ੍ਹਾਂ ਦੀਆਂ ਜੁਗਤੀਆਂ ਸਿਮਰਨ ਦੀਆਂ ਵਰਤਦਾ ਹੈ, ਪਰ ਇੱਕ ਐਸੀ ਜੁਗਤ ਜਿਹਦੇ ਵਿੱਚ ਵੇਖਣਾ ਵੀ ਹੈ ਤੇ ਨਹੀਂ ਵੀ ਦੇਖਣਾ, ਦੋਨੇ ਗੱਲਾਂ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਰੂਪੀ ਦਰਖਤ ਦੀ ਛਾਂ ਵਿੱਚ ਚਲੇ ਗਏ, ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰ ਲਈ, ਜਿਹੜੇ ਪਰਮੇਸ਼ਰ ਨੂੰ ਮਿਲ ਪਏ, ਗੁਰਮੁਖ ਬ੍ਰਹਮ ਹਰਿ ਆਵਲਾ, ਸਾਚੈ ਸਹਿਜ ਸੁਭਾਏ। ਉਹਨਾਂ ਨੂੰ ਸਹਿਜ ਸੁਭਾਅ ਹੀ, ਸਹਿਜੇ ਹੀ, ਸਾਧਕ ਸੰਗ ਨਹੀਂ ਕਛ ਘਾਲ। ਰੱਬ ਦੇ ਪਿਆਰਿਆਂ ਦੀ ਸੰਗਤ ਕਰੀਏ ਤੇ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਕਹਿੰਦੇ ਫਿਰ ਪਰਮੇਸ਼ਰ ਦੇ ਪਿਆਰੇ ਆਪ ਹੀ ਕਿਰਪਾ ਕਰਕੇ ਜੋੜ ਦਿੰਦੇ ਆ। ਸੁਖਮਨੀ ਸਾਹਿਬ ਦਾ ਬਚਨ ਹੈ, ਸਾਧਕ ਸੰਗ ਨਹੀਂ ਕਛ ਘਾਲ। ਤੋ ਬ੍ਰਹਮ ਗਿਆਨੀਆਂ ਰੂਪੀ ਦਰਖਤ ਦੀ ਛਾਂ ਵਿੱਚ ਜੇ ਬੰਦਾ ਚਲਿਆ ਜਾਵੇ, ਉੱਥੋਂ ਇਹਨੂੰ ਪ੍ਰਾਪਤ ਹੋ ਜਾਂਦਾ ਹੈ ਗਿਆਨ। ਜਿਵੇਂ ਚੰਦਨ ਦਾ ਦਰਖਤ ਹੁੰਦਾ ਹੈ ਨਾ, ਚੰਦਨ ਦਾ ਦਰਖਤ ਜੇ ਕਿਤੇ ਉਗਰ ਆਵੇ ਨਾ, ਉਹਦੇ ਆਸੇ ਪਾਸੇ ਜਿਹੜੇ ਵੀ ਹਰੇ ਪੌਦੇ ਹੁੰਦੇ ਆ, ਉਹ ਸਾਰੇ ਚੰਦਨ ਦੀ ਖੁਸ਼ਬੂ ਛੱਡਣ ਲੱਗ ਜਾਂਦੇ ਆ। ਤੇ ਇੱਥੇ ਸਤਿਗੁਰਾਂ ਨੇ, ਭਗਤਾਂ ਨੇ ਬਾਣੀ ਵਿੱਚ ਆਪਣੇ ਆਪ ਨੂੰ ਅਰਿੰਡ ਕਹਿ ਕੇ ਗੁਰੂ ਨੂੰ ਚੰਦਨ ਕਿਹਾ। ਹੁਣ ਅਰਿੰਡ ਦਾ ਜਿਹੜਾ ਦਰਖਤ ਹੈ ਨਾ, ਉਹ 'ਚ ਕੋਈ ਖੁਸ਼ਬੂ ਨਹੀਂ ਹੁੰਦੀ, ਉਹਦੇ ਵਿੱਚ ਕੋਈ ਲੱਕੜ ਵਧੀਆ ਨਹੀਂ ਹੁੰਦੀ, ਉਹਦੀ ਛਾਂ ਵੀ ਵਧੀਆ ਨਹੀਂ ਹੁੰਦੀ, ਉਹਦਾ ਫਲ ਵੀ ਖਾਣ ਦੇ ਕੰਮ ਦਾ ਨਹੀਂ ਹੁੰਦਾ। ਅਰਿੰਡ ਦਾ ਦਰਖਤ ਹੈ ਜਿਹੜਾ, ਪਰ ਜੀ ਉਹ ਅਰਿੰਡ ਦਾ ਦਰਖਤ ਵੀ ਕਿਤੇ ਚੰਦਨ ਦੇ ਕੋਲੇ ਉਗਰ ਆਵੇ, ਘੱਟੋ ਘੱਟ ਉਹ 'ਚੋਂ ਖੁਸ਼ਬੂ ਚੰਦਨ ਦੀ ਆਉਣ ਲੱਗ ਜਾਂਦੀ ਆ। ਕਹੋ ਸਤਨਾਮ ਸ੍ਰੀ। ਕੀ ਕਹਿੰਦੇ ਆ ਮੇਰੇ ਪ੍ਰੀਤਮ? ਤੁਮ ਚੰਦਨ ਹਮ ਅਰੰਡ ਬਾਪਰੇ, ਸੰਗ ਤੁਮਾਰੇ ਬਾਸਾ। ਮਹਾਰਾਜ ਤੂੰ ਤਾਂ ਚੰਦਨ ਹੈ, ਅਸੀਂ ਤਾਂ ਅਰੰਡ ਹਾਂ, ਕਿਸੇ ਕੰਮ ਦੇ ਨਹੀਂ। ਤੁਮ ਚੰਦਨ ਹਮ ਅਰੰਡ ਬਾਪਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਤੇਰੇ ਕਰਕੇ ਮੇਰੇ ਚੋਂ ਵੀ ਖੁਸ਼ਬੂ ਆਉਣ ਲੱਗ ਪਈ।
ਭਾਵ ਤੇਰਾ ਉਹ ਬ੍ਰਹਮ ਗਿਆਨ ਮੇਰੇ ਵਿੱਚੋਂ ਵੀ ਬੋਲਣ ਲੱਗ ਪਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਬ੍ਰਹਮ ਰੂਪੀ ਗੁਰਮੁਖਾਂ ਦੀ ਸੰਗਤ ਕਰ ਲਈ ਉਹ ਵੀ ਹਰੇ ਹੋ ਗਏ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈਐ ਇਹ ਰੁੱਤ ਸੁਹਾਈ। ਵਾਣ ਤ੍ਰਿਣ ਤ੍ਰੈ ਭਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸ਼ਬਸ਼ਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਚ ਪਾਇਨ ਵਿੱਚ ਦਇਓ ਖੜੋਆ। ਰੋਗ ਸੋਗ ਸਭ ਮਿਟ ਗਿਆ ਨਿਤ ਨਵਾਂ ਨਰੋਆ। ਉਹ ਹਰੇ ਭਰੇ ਹੋ ਗਏ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰ ਲਈ। ਬਸੰਤ ਕੀ ਵਾਰ, ਆ ਬਸੰਤ ਦਾ ਮੌਸਮ ਚੱਲ ਪਿਆ, ਠੰਡ ਖਤਮ ਹੋ ਰਹੀ ਹੈ, ਗਰਮੀ ਹਜੇ ਆਏ ਰਹੀ ਨਹੀਂ, ਸੁਹਾਵਣਾ ਮੌਸਮ ਹੈ। ਰੋਜ਼ ਰਾਗੀ ਜਥਾ ਇਹ ਸ਼ਬਦ ਵੀ ਪੜ੍ਹਿਆ ਕਰਦਾ। ਬਸੰਤ ਕੀ ਵਾਰ ਮਹਲ ਪੰਜਵਾ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ, ਕਰਮ ਲਿਖਨ ਤੇ ਪਾਈ ਹੈ ਰੁੱਤ ਸੁਹਾਈ। ਇਸ ਕਰਕੇ ਜਿਨ੍ਹਾਂ ਨੇ ਬ੍ਰਹਮ ਗਿਆਨੀ ਰੂਪੀ ਦਰਖਤਾਂ ਦਾ ਸਹਾਰਾ ਲੈ ਲਿਆ, ਗੁਰਮੁਖ ਬ੍ਰਹਮ ਹਰੀ ਆਵਲਾ, ਸਾਚੈ ਸਹਿਜ ਸੁਭਾਏ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹਨਾਂ ਦੇ ਅੰਦਰ ਵੀ ਹਰਿਆਲੀ ਆ ਗਈ, ਸਹਿਜੇ ਹੀ ਆ ਗਈ, ਬਹੁਤਾ ਜ਼ੋਰ ਨਹੀਂ ਲਾਉਣਾ ਪੈਂਦਾ। ਸਾਧਕ ਸੰਗ ਨਹੀਂ ਕਛ ਕਾਲ, ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਸਾਖਾਂ ਤੀਨ ਨਿਵਾਰੀਆਂ ਏਕ ਸ਼ਬਦ ਲਿਵ ਲਾਏ, ਸਾਖਾ ਤੀਨ, ਤਿੰਨ ਗੁਣ ਰਜੋ ਤਮੋ ਸਤੋ। ਜਿਨ੍ਹਾਂ ਦੇ ਉੱਤੇ ਇਹ ਜੀਵ ਪੰਛੀ ਉੱਡਿਆ ਫਿਰਦਾ ਸੀ, ਪਰ ਇਹ ਤਿੰਨੇ ਹੀ ਟਾਹਣੀਆਂ ਜਿਹੜੀਆਂ ਸੁੱਖ ਦੇਣ ਵਾਲੀਆਂ ਨਹੀਂ, ਭਟਕਾਉਣ ਵਾਲੀਆਂ। ਰਜਗੁਣ ਤਮਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥਾ ਗੁਣ ਪਰਮ ਪਦ ਪਾਇਆ। ਜਿਹੜਾ ਚੌਥਾ ਗੁਣ ਪਰਮੇਸ਼ਰ ਨੇ ਬਖਸ਼ਿਸ਼ ਕੀਤਾ, ਇਸ ਦੇ ਰਾਹੀਂ ਉਸ ਪਰਮੇਸ਼ਰ ਦਾ ਪ੍ਰਾਪਤੀ ਹੁੰਦੀ ਆ ਅਤੇ ਸੁੱਖ ਮਿਲਦਾ। ਸਾਖਾ ਤੀਨ ਨਿਵਾਰੀਆਂ, ਜਦੋਂ ਬ੍ਰਹਮ ਗਿਆਨੀਆਂ ਦੀ ਸੰਗਤ ਹੋਈ ਤੇ ਤਿੰਨਾਂ ਗੁਣਾਂ ਤੋਂ ਜੀਵ ਨੂੰ ਉੱਚਾ ਚੱਕ ਲਿਆ। ਨਾ ਇਹ ਰਜੋ ਵਿੱਚ ਹੈ, ਨਾ ਤਮੋ ਚ ਹੈ, ਨਾ ਆਲਸ ਵਿੱਚ ਹੈ, ਇਹ ਤਿੰਨਾਂ ਗੁਣਾਂ ਤੋਂ ਪਰੇ ਹੋ ਗਿਆ। ਏਕ ਸ਼ਬਦ ਲਿਵ ਲਾਏ, ਜਦੋਂ ਇਹ ਕਰਮ ਕਾਂਡਾਂ ਤੋਂ, ਤਮੋ ਗੁਣ ਤੋਂ, ਸਾਧਕੀ ਆਦਿ ਇਹ ਤਿੰਨਾਂ ਸੁਭਾਵਾਂ ਨੂੰ ਛੱਡ ਦੇਣਾ ਕੀਤਾ, ਤਿਆਗ ਦਿੱਤੇ। ਇਹਨਾਂ ਤਿੰਨਾਂ ਟਾਹਣੀਆਂ ਨੂੰ ਛੱਡ ਕੇ, ਤਿੰਨਾਂ ਸਾਖਾਂ ਨੂੰ ਛੱਡ ਕੇ ਚੌਥੀ ਟਾਹਣੀ ਤੇ ਜਾ ਬੈਠਾ, ਭਾਵ ਚੌਥੀ ਅਵਸਥਾ ਵਿੱਚ ਪਹੁੰਚ ਗਿਆ ਇਹ ਜੀਵ ਪੰਛੀ। ਰਜ ਤਮ ਸਤ ਕਲ, ਤੇਰੀ ਮਾਇਆ, ਚੌਥਾ ਗੁਣ ਪਰਮ ਪਦ ਪਾਇਆ। ਇਸੇ ਗੱਲ ਨੂੰ ਭਗਤਾਂ ਨੇ ਕਿਹਾ, ਜਾਗਤ ਸੁਪਨ ਸਖੋਪਤੀ ਤੁਰੀਆ, ਆਤਮ ਭੂਪਤ ਕੀ ਹੈ ਪੁਰੀਆ। ਇੱਥੇ ਆਤਮਾ ਨੂੰ ਰਾਜਾ ਕਹਿ ਦਿੱਤਾ, ਇੱਥੇ ਆਤਮਾ ਨੂੰ ਪੰਛੀ ਕਿਹਾ ਪਹਿਲਾਂ ਸਤਿਗੁਰਾਂ ਨੇ, ਕਿ ਆਤਮਾ ਰੂਪੀ ਰਾਜਾ ਇਹਨਾਂ ਚਾਰਾਂ ਘਰਾਂ ਵਿੱਚ ਵਸਦਾ ਹੈ। ਕੋਈ ਰਜੋ ਵਿੱਚ ਵਸਦਾ ਹੈ, ਕੋਈ ਜਾਗਤ ਵਿੱਚ ਵਸਦਾ ਹੈ, ਕੋਈ ਸੁਪਨੇ ਵਿੱਚ ਹੈ, ਕਦੇ ਇਹ ਸਖੋਪਤੀ ਵਿੱਚ ਹੈ, ਭਾਵ ਅਗਿਆਨਤਾ ਵਿੱਚ, ਤੇ ਕਦੇ ਬਿਰਲੇ ਬਿਰਲੇ ਚੌਥੇ ਗੁਣ ਵਿੱਚ ਵਸਦੇ ਹਨ, ਤੁਰੀਆ ਪਦ ਵਿੱਚ ਵਸਦੇ ਹਨ। ਇਸ ਤਰ੍ਹਾਂ ਇਹਨਾਂ ਤਿੰਨਾਂ ਹੀ ਅਵਸਥਾਵਾਂ ਤੋਂ ਉੱਚਾ ਲੈ ਗਿਆ ਜੀਵ ਨੂੰ। ਜਾਗਤ ਸੁਪਨ ਸਖੋਪਤੀ ਇਹ ਵੀ ਮੇਟ ਦਿੱਤੀਆਂ ਤੇ ਤੁਰੀਆ ਪਦ ਪ੍ਰਾਪਤ ਹੋ ਗਈ।
ਇਹਨਾਂ ਤਿੰਨਾਂ ਹੀ ਅਵਸਥਾਵਾਂ ਦਾ ਵੀ ਪਾਤਸ਼ਾਹ ਜੀ ਕਹਿੰਦੇ ਇਹਦਾ ਉਧਾਰ ਹੋ ਗਿਆ। ਬਚਪਨ, ਬੁਢਾਪਾ, ਜਵਾਨੀ, ਇਹਨਾਂ ਤਿੰਨਾਂ ਵਿੱਚ ਜਦੋਂ ਵੀ ਬ੍ਰਹਮ ਗਿਆਨੀ ਦੀ ਸੰਗਤ ਹੋ ਗਈ ਤਾਂ ਇਹਦਾ ਮਨੁੱਖਾ ਜੀਵਨ ਸਫਲ ਹੋ ਗਿਆ। ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾ ਹੰਕਾਰ ਖਤਮ ਹੋ ਗਿਆ। ਉੱਤਮ, ਮੱਧਮ, ਕਨਿਸ਼ਟ, ਇਹ ਤਿੰਨ ਤਰ੍ਹਾਂ ਦੇ ਸੁਭਾਅ ਹੈ। ਉੱਤਮ ਸੁਭਾਅ, ਚੰਗਾ ਸੁਭਾਅ, ਮੱਧਮ ਥੋੜਾ ਡਾਊਨ ਸੁਭਾਅ, ਕਨਿਸ਼ਟ ਗੰਦਾ ਸੁਭਾਅ, ਮਾੜਾ ਸੁਭਾਅ। ਇਹਨਾਂ ਤਿੰਨੇ ਤਰ੍ਹਾਂ ਦੇ ਸੁਭਾਵਾਂ ਨੂੰ ਵੀ ਮੇਟ ਦਿੱਤਾ। ਤਿੰਨੇ ਤਰ੍ਹਾਂ ਦੀ ਵਡਿਆਈ ਜਿਹੜੀ ਸੀਗੀ ਇਹ ਵੀ ਖਤਮ ਕਰ ਦਿੱਤੀ। ਇੱਥੋਂ ਤੱਕ ਕਿ ਤਿੰਨ ਤਰ੍ਹਾਂ ਦੇ ਮਨੁੱਖ ਹੈ, ਦੇਵਤੇ, ਦੈਂਤ ਤੇ ਮਨੁੱਖ। ਜਦੋਂ ਬ੍ਰਹਮ ਗਿਆਨੀ ਦੀ ਸੰਗਤ ਹੋ ਗਈ, ਇਹਨਾਂ ਤਿੰਨਾਂ ਹੀ ਅਵਸਥਾਵਾਂ ਚੋਂ ਕੱਢ ਕੇ ਹਰ ਕਾ ਸੇਵਕ ਸੋ ਹਰ ਜਿਹਾ ਹੋ ਗਿਆ। ਨਾ ਮਨੁੱਖ ਰਿਹਾ, ਨਾ ਦੈਂਤ ਰਿਹਾ, ਨਾ ਦੇਵਤਾ ਰਿਹਾ। ਕਿਉਂਕਿ ਇਹਨਾਂ ਤਿੰਨਾਂ ਨੂੰ ਜੰਮਣ ਮਰਨ ਵੀ ਜਾਣਾ ਪੈਂਦਾ। ਦੇਵਤੇ ਵੀ ਜੰਮਦੇ ਮਰਦੇ ਆ। ਜਦ ਗੁਰੂ ਨੇ ਕਿਰਪਾ ਕੀਤੀ, ਬ੍ਰਹਮ ਗਿਆਨੀ ਨੇ ਕਿਰਪਾ ਕੀਤੀ, ਤਾਂ ਇਸ ਨੂੰ ਹਰੀ ਦਾ ਰੂਪ ਹੀ ਬਣਾ ਦਿੱਤਾ। ਇਹਦੀਆਂ ਤਿੰਨੇ ਇੱਛਾਵਾਂ, ਪੁੱਤਰ ਦੀ ਇੱਛਾ, ਧਨ ਦੀ ਇੱਛਾ, ਦੁਨੀਆ ਦੀ ਵਡਿਆਈ ਦੀ ਇੱਛਾ, ਇਹ ਇੱਛਾਵਾਂ ਵੀ ਖਤਮ ਕਰ ਦਿੱਤੀਆਂ। ਸਾਖਾਂ ਤੀਨ ਨਿਵਾਰੀਆਂ, ਏਕ ਸ਼ਬਦ ਲਿਵਲਾਏ। ਜਿਹੜਾ ਇੱਕ ਸ਼ਬਦ ਨਾਲ ਜੁੜ ਗਿਆ ਤੇ ਦੁਨੀਆ ਦੇ ਜਿਹੜੇ ਗੁਰੂ ਪਿਆਰੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਉਹਨਾਂ ਤੋਂ ਵੀ ਬ੍ਰਹਮ ਗਿਆਨੀ ਉੱਚੇ ਉੱਠ ਜਾਂਦੇ ਆ। ਦੁਨੀਆ ਕੋਸੀ ਕਹੀ ਚੱਲੇ, ਫਿਰ ਉਹਦੇ ਨਾਲ ਵੀ ਇਹਨਾਂ ਦਾ ਕੋਈ ਤਲਕ ਨਹੀਂ ਰਹਿੰਦਾ। ਉਹ ਅੱਠੇ ਪੈਰ ਇੱਕ ਸ਼ਬਦ ਨਾਲ ਜੁੜੇ ਰਹਿੰਦੇ ਹਨ। ਅੰਮ੍ਰਿਤ ਫਲ ਹਰਿ ਏਕ ਹੈ, ਆਪੇ ਦੇਖਵਾਏ। ਤੇ ਇਸ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਸੰਗਤ ਕਰਨ ਕਰਕੇ ਜਿਹੜਾ ਸੰਸਾਰ ਰੂਪੀ ਦਰਖਤ ਨੂੰ ਇੱਕ ਫਲ ਲੱਗਿਆ ਅੰਮ੍ਰਿਤ ਦਾ, ਉਹਨਾਂ ਨੂੰ ਫਿਰ ਉਹ ਮਿਲ ਜਾਂਦਾ ਹੈ। ਜਿਹੜੇ ਇਹਨਾਂ ਤਿੰਨਾਂ ਅਵਸਥਾ ਤੋਂ ਬ੍ਰਹਮ ਗਿਆਨੀਆਂ ਦੀ ਸੰਗਤ ਕਰਕੇ ਉੱਚੇ ਉੱਠ ਜਾਂਦੇ ਆ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇ ਖਵਾਏ। ਉਹ ਅਮਰ ਕਰਨ ਵਾਲਾ ਫਲ ਉਹਨਾਂ ਨੂੰ ਸਤਿਗੁਰੂ ਦੇ ਦਿੰਦਾ ਹੈ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਸਿੱਖੋ, ਇੱਕ ਸਲਾਹ ਦਿੰਦਾ ਮੈਂ ਤੁਹਾਨੂੰ, ਮਹਾਰਾਜ ਕੀ ਮਨ ਮੁਖ ਯੂਬੇ ਸੁੱਕ ਗਏ, ਨਾ ਫਲ ਤਿੰਨਾ ਛਾਓ। ਇੱਕ ਬ੍ਰਹਮ ਗਿਆਨੀ ਦਰਖਤ, ਇੱਕ ਮਨਮੁਖੀ ਦਰਖਤ। ਕਹਿੰਦੇ ਮਨਮੁਖ ਦੀ ਛਾਂ ਹੇਠਾਂ ਨਾ ਬੈਠਿਓ। ਕਬੀਰ ਸਾਖਤ ਸੰਗ ਨ ਕੀਜੀਐ, ਦੂਰਹਿ ਜਾਈਐ ਭਾਗ। ਵਾਸਨ ਕਾਰੂ ਪਰਸੀਐ, ਤੋ ਕਛ ਲਾਗੇ ਦਾਗ। ਮਾੜੀ ਸੰਗਤ ਨਾਲੋਂ ਤਾਂ ਕੱਲਾ ਬਹਿਣਾ ਚੰਗਾ। ਆ ਕਹਿੰਦੇ ਨਾ, ਸੇਬ ਨੂੰ ਵੇਖ ਕੇ ਸੇਬ ਰੰਗ ਫੜਦਾ ਹੈ, ਪਰ ਜੇ ਸੇਬਾਂ ਦੀ ਪੇਟੀ ਵਿੱਚ ਗਲਿਆ ਸੇਬ ਆ ਜੇ ਨਾ, ਸਾਰੇ ਗਲ ਜਾਂਦੇ ਆ। ਕੋ ਸਤਨਾਮ ਸੀ, ਇਹ ਵੀ ਯਾਦ ਰੱਖੋ। ਇਹੋ ਜਿਹੇ ਗਲੇ ਹੋਏ ਦੀ ਸੰਗਤ ਨਾਲੋਂ ਤਾਂ ਇਕੱਲੇ ਰਹਿਣਾ ਠੀਕ ਆ। ਫਿਰ ਮਾੜੀ ਸੰਗਤ ਨਾਲੋਂ ਤਾਂ ਅੱਗੇ ਸਤਿਗੁਰੂ ਤੀਜੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ ਮਨਮੁਖਾਂ ਦੀ ਸੰਗਤ ਨਾ ਕਰਿਓ। ਉਹ ਆਪ ਤਾਂ ਸੁੱਕੇ ਹੋਏ ਹੈ, ਭਾਵ ਆਪ ਤਾਂ ਦੁਖੀ ਹੈ, ਆਪ ਤਾਂ ਰੱਬ ਤੋਂ ਮਨੁੱਖਰ ਹੋਏ ਹੋਏ ਨੇ। ਉਹਨਾਂ ਦੇ ਅੰਦਰ ਸ਼ਰਧਾ ਖਤਮ ਹੋਈ ਹੋਈ ਹੈ। ਹੁਣ ਜੇ ਭਲਾ ਧੁੱਪ ਪੈਂਦੀ ਹੋਵੇ, ਗਰਮੀ ਪੈਂਦੀ ਹੋਵੇ, ਤੇ ਜਿਹੜੇ ਦਰਖਤ ਸੁੱਕ ਚੁੱਕੇ ਆ, ਜਿਨ੍ਹਾਂ ਦੇ ਪੱਤੇ ਨਹੀਂ, ਟਾਹਣੀਆਂ ਸੁੱਕ ਗਈਆਂ, ਮੁੱਢ ਸੁੱਕ ਗਿਆ, ਉਹਨਾਂ ਦੀ ਛਾਵੇਂ ਕੌਣ ਖੜਦਾ? ਹਰੇ ਦਰਖਤਾਂ ਦੀ ਛਾਵੇਂ ਖੜਦੇ ਆ ਨਾ, ਜਿਨ੍ਹਾਂ ਦੇ ਚੰਗੇ ਪੱਤੇ ਹੋਣ, ਚੰਗੀ ਛਾਂ ਹੋਵੇ। ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀਆਂ ਦੀ ਨਾਮ ਜਪਣ ਵਾਲੇ ਦਰਖਤਾਂ ਦੀ ਸੰਗਤ ਚੰਗੀ ਆ। ਪਰਮੇਸ਼ਰ ਵਿਰਾਟ ਬ੍ਰਿਸ਼ ਹੈ, ਇਹਦੇ ਥੱਲੇ ਛੋਟੇ ਛੋਟੇ ਬਿਰਸ਼ ਵੀ ਹਨ। ਸਤਿਗੁਰੂ ਪਾਤਸ਼ਾਹ ਕਹਿੰਦੇ, ਮੈਂ ਇੱਕ ਸਲਾਹ ਦਿੰਦਾ ਕਿ ਮਨਮੁਖੀ ਦਰਖਤ ਦੇ ਹੇਠਾਂ ਨਾ ਜਾਇਓ, ਸੁੱਕਾ ਹੋਇਆ ਨਿਸ਼ਰਦਕ ਹੈ, ਉਹਦੇ ਅੰਦਰ ਸ਼ਰਧਾ ਨਹੀਂ ਹੈ ਪਰਮੇਸ਼ਰ ਨਾਲ ਮਿਲਣ ਦੀ। ਜਿਵੇਂ ਸੋਕੜਾ ਪੈ ਜਾਵੇ, ਤੇ ਜਿਨ੍ਹਾਂ ਨੂੰ ਸੋਕੜਾ ਪੈ ਗਿਆ ਉਹਨਾਂ ਦੇ ਸਰੀਰ ਵੀ ਸੁੱਕ ਜਾਂਦੇ ਹੈ,
ਜਿਹੜੇ ਦਰਖਤਾਂ ਨੂੰ ਸਿਉਂਖ ਲੱਗ ਜਾਵੇ ਉਹ ਵੀ ਸੁੱਕ ਜਾਂਦੇ ਹਨ, ਸੋਕੜਾ ਪੈ ਜਾਂਦਾ। ਪਰ ਜੇ ਕਿਤੇ ਤੂੰ ਹਰੀ ਦੇ ਪਿਆਰਿਆਂ ਦੀ ਸੰਗਤ ਕਰ ਲਵੇਂ ਤੇ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਬਸੰਤ ਕੀ ਵਾਰ ਮਹਲ ਪੰਜਵਾ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਿਖੰਤੇ ਪਾਈਐ ਰੁੱਤ ਸਹਾਈਏ। ਵਧੀਆ ਰੁੱਤ ਆਈ ਆ, ਆਪੋ ਦੀ ਠੰਡ ਨੇ, ਪਿੱਛੇ ਪੋਹ ਮਹੀਨਾ ਆਇਆ ਨਾ, ਉਹਦੀ ਠੰਡ ਨੇ ਦਰਖਤਾਂ ਦੇ ਪੱਤੇ ਸੁਕਾ ਕੇ ਸਾੜ ਕੇ ਉਡਾ ਦਿੱਤੇ, ਸਾਰੇ ਦਰਖਤ ਖਾਲੀ ਕਰ ਦਿੱਤੇ। ਆ ਬਸੰਤ ਆਈ ਤੇ ਹੁਣ ਨਵੇਂ ਪੱਤੇ ਨਿਕਲਣੇ ਸ਼ੁਰੂ ਹੋਣਗੇ। ਜੇਠ ਹਾੜ ਵੀ ਦਰਖਤਾਂ ਨੂੰ ਸਾੜਦਾ ਹੈ, ਉਹਦਾ ਮਹੀਨਾ ਵੀ ਦੁਖਦਾਈ ਆ। ਪਰ ਬਸੰਤ ਰੁੱਤ ਤੇ ਉਧਰ ਸਾਵਣ ਰੁੱਤ, ਇਹ ਦੋਨੇ ਸੁੱਖ ਦੇਣ ਵਾਲੀਆਂ ਹਨ। ਉਸੇ ਤਰ੍ਹਾਂ ਹੀ ਚੰਗੀ ਸੰਗਤ ਜਿਹੜੀ ਹੈ ਸੁੱਖ ਦੇਣ ਵਾਲੀ ਹੈ, ਮਾੜੀ ਸੰਗਤ ਦੁਖਦਾਈ ਹੈ। ਮਨਮੁਖਾਂ ਦੀ ਸੰਗਤ ਨਾ ਕਰਿਓ। ਮਨਮੁਖ ਉਪੇ ਸੁੱਕ ਗਏ, ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਬੈਸੀ ਹੈ। ਉਹਨਾਂ ਦੇ ਕੋਲੇ ਨਾ ਬੈਠਿਓ, ਉਹਨਾਂ ਘਰ ਨਾ ਗਿਰਾਓ। ਉਹਨਾਂ ਦਾ ਕੋਈ ਪਿੰਡ ਨਹੀਂ, ਕੋਈ ਘਰ ਨਹੀਂ। ਭਾਵ ਉਹਨਾਂ ਦੀ ਸੁਰਤ ਨੂੰ ਹਜੇ ਟਿਕਾਣਾ ਨਹੀਂ ਮਿਲਿਆ, ਉਹ ਭਟਕ ਰਹੇ ਨੇ, ਤੁਹਾਨੂੰ ਵੀ ਭਟਕਾ ਦੇਣਗੇ ਸ਼ਰਧਾ ਤੋੜ ਕੇ। ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਰੋਜ਼ਾਨਾ ਦੀ ਤਰ੍ਹਾਂ ਗਾਗਰ ਪਾਣੀ ਦੀ ਭਰ ਕੇ ਲਈ ਆਉਂਦੇ ਆ, ਤੇ ਉਸ ਦਿਨ ਮੀਂਹ ਬਹੁਤ ਪਿਆ ਸੀ, ਗਲੀ ਗਿੱਲੀ ਸੀ ਸਾਰੀ, ਪਾਣੀ ਖੜਾ ਸੀ, ਤਾਂ ਤੇ ਸਾਈਡ ਤੋਂ ਟੱਪਣ ਲੱਗੇ। ਕਿਉਂਕਿ ਵਿਚਾਲਿਓ ਗਲੀਆਂ ਕਈ ਨੀਵੀਆਂ ਹੁੰਦੀਆਂ, ਸਾਈਡਾਂ ਉੱਚੀਆਂ ਹੁੰਦੀਆਂ। ਉਹ ਸਾਈਡ ਉੱਚੀ ਸੀ ਗਲੀ ਦੀ ਦੇ, ਪਰ ਸਾਈਡ ਦੇ ਉੱਤੇ ਕਿੱਲਾ ਗੱਡਿਆ ਸੀ ਜੁਲਾਹਿਆਂ ਦਾ ਤਾਣੀ ਨੂੰ ਬੰਨਣ ਵਾਸਤੇ। ਤੇ ਜਦੋਂ ਸਾਈਡ ਤੋਂ ਹੋ ਕੇ ਸੁੱਕੇ ਥਾਂ ਚੋਂ ਲੰਘਣ ਲੱਗੇ ਤੇ ਉਹ ਠੇਡਾ ਲੱਗਿਆ ਤੇ ਕਿੱਲੇ 'ਚ ਤੇ ਡਿੱਗ ਪਏ। ਗਾਗਰ ਧਰਤੀ ਤੇ ਵੱਜੀ, ਖੜਕਾ ਹੋਇਆ ਤੇ ਨਾਲ ਲਗਮਾ ਘਰ ਹੈ ਜੁਲਾਹਿਆਂ ਦਾ। ਤੇ ਜੁਲਾਹਾ ਕਹਿਣ ਲੱਗਿਆ ਕੌਣ ਡਿੱਗ ਪਿਆ? ਜਲਾਹੀ ਕਹਿੰਦੀ ਉਹੀ ਅਮਰੂ ਨਥਾਵਾਂ ਹੈ, ਕੁੜਮਾਂ ਦੇ ਪਾਣੀ ਢੋਂਦਾ ਫਿਰਦਾ ਹੈ। ਤੇ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ? ਚੱਲੀਏ ਤੂੰ ਥਾਂ ਬਣਾ ਲਾ, ਸਾਨੂੰ ਤਾਂ ਥਾਂ ਮਿਲ ਗਿਆ। ਕੋ ਸਤਨਾਮ ਸੀ, ਤੂੰ ਆਪ ਦਾ ਇੰਤਜ਼ਾਮ ਕਰ ਲਾ ਹੁਣ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਛਰਨ ਵਿੱਚ ਆ ਗਏ ਉਹਨਾਂ ਨੂੰ ਥਾਂ ਮਿਲ ਗਿਆ। ਮਨਮੁਖਾਂ ਦਾ ਕੋਈ ਥਾਂ ਨਹੀਂ ਹੈ, ਕੋਈ ਟਿਕਾਣਾ ਨਹੀਂ ਹੈ, ਉਹਨਾਂ ਦੀ ਸੰਗਤ ਨਾ ਕਰਿਓ। ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਓ, ਤਿੰਨਾ ਪਾਸ ਨਾ ਬੈਸੀਏ। ਉਹਨਾਂ ਘਰ ਨਾ ਗਿਰਾਓ। ਤੇ ਉਹਨਾਂ ਦਾ ਕਰੀਏ ਕੀ? ਸੁੱਕੇ ਹੋਏ ਦਰਖਤਾਂ ਦਾ ਉਹਨਾਂ ਨੂੰ ਪੱਟ ਕੇ ਅੱਗ ਵਿੱਚ ਮਚਾ ਦਿਓ। ਕਹੋ ਸਤਨਾਮ ਸ੍ਰੀ। ਕੱਟੀਐ ਤੈ ਨਿਤ ਜਾਲੀਐ, ਉਹਨਾਂ ਸ਼ਬਦ ਨਾ ਨਾਓ। ਸੁੱਕੀਆਂ ਲੱਕੜਾਂ ਪੱਟ ਕੇ ਆਪਾਂ ਲੱਕੜਾਂ ਨੂੰ ਦਰਖਤ ਅੱਗ ਵਿੱਚ ਲਾ ਦਿੰਨੇ ਆ, ਮਚਾ ਦਿੰਨੇ ਆ ਵੀ ਹੁਣੇ ਹਰੀਆਂ ਤਾਂ ਨਹੀਂ ਹੁੰਦੀਆਂ। ਉਸੇ ਤਰ੍ਹਾਂ ਮਨਮੁਖਤਾ ਜਿਹੜੀ ਹੈ ਇਹ ਵੀ ਸਾੜਨ ਵਾਲੀ ਹੈ। ਕਹੋ ਸਤਨਾਮ ਸ੍ਰੀ। ਇਹ ਕੰਮ ਦੀ ਨਹੀਂ ਹੈ ਮਨਮੁਖਤਾ, ਇਹਨੂੰ ਵੀ ਸਾੜ ਦਿਓ। ਦੁਨੀਆ ਕੀਆਂ ਵਡਿਆਈਆਂ ਅਗਨੀ ਮੈਂ ਪਾਗੋ, ਜੋ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ। ਲੋਕਾਂ ਨਾ ਸਲਾਹੇ ਜੋ ਮਰ ਵੰਝ ਸੀ, ਦੁਨੀਆ ਨਾ ਸਲਾਹੇ ਜੋ ਮਰ ਖਾਕਤੀ। ਵਾਹ ਮੇਰੇ ਵਾਹ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀ ਹੈ ਸੱਚਾ ਬੇਪਰਵਾਹੋ। ਇਹ ਦੁਨੀਆ ਨੂੰ ਕੀ ਸਲਾਉਣਾ ਜਿਹੜੀ ਮਰ ਕੇ ਸਵਾਹ ਹੋ ਜਾਣਾ? ਲੋਕਾਂ ਨੂੰ ਕੀ ਸਲਾਉਣਾ ਜਿਨ੍ਹਾਂ ਨੇ ਮਰ ਕੇ ਖਤਮ ਹੋ ਜਾਣਾ, ਸਵਾਹ ਬਣ ਜਾਣਾ ਇਹਨਾਂ ਸਰੀਰਾਂ ਨੇ। ਆਓ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਬਾਬਾ ਫਰੀਦ ਜੀ ਕਹਿੰਦੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਜਿੱਥੇ ਵਿਰਾਗ ਪੈਦਾ ਹੋ ਗਿਆ ਨਾ ਉਹ ਤਾਂ ਸਰੀਰ ਰਾਜਿਆਂ ਵਰਗਾ ਹੈ, ਕਿਉਂਕਿ ਵਿਰਾਗ ਹੀ ਸਾਨੂੰ ਪਰਮੇਸ਼ਰ ਵੱਲ ਲੈ ਕੇ ਜਾਂਦਾ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰੋ ਨਾ ਉਪਜੈ, ਸੋ ਤਨ ਜਾਣ ਮਸਾਨ। ਫਰੀਦਾ ਜੇਤਨ ਬਿਰੋ ਨਾ ਉਪਜੈ, ਸੋ ਸਿਰ ਕੀਜੈ ਕਾਏ। ਕੁੰਨੇ ਹੇਠ ਜਲਾਈਐ ਬਾਲਣ ਸੰਦੇ ਥਾਏ। ਉਹ ਗੱਡਾ ਤੌੜਾ ਹੁੰਦਾ ਉਹਨੂੰ ਕੁੰਨਾ ਕਹਿੰਦੇ ਆ। ਕਹਿੰਦੇ ਗੱਡੇ ਤੌੜੇ ਵਿੱਚ ਮਚਾ ਦਿਓ ਬਾਲਣ ਦੀ ਥਾਂ ਤੇ ਉਹਨਾਂ ਸਿਰਾਂ ਨੂੰ, ਉਹਨਾਂ ਸਰੀਰਾਂ ਨੂੰ,
जिन्हां दे अंदर परमेश्वर दा विराग ही पैदा नहीं होया। प्रीतम जी कहंदे आओ उन्हां दी संगत ना करिए, छड्डो खैड़ा उन्हां लोकां दा जिहड़े मनमुख करदे आ, मनमुखता करदे आ। ਉਹ ਰੱਬ ਵੱਲੋਂ ਟੁੱਟੇ ਹੋਏ ਤੇ ਟੁੱਟਿਆ ਹੋਇਆ ਪੱਤਾ ਟਾਹਣੀ ਸੁੱਕ ਕੇ ਹਨੇਰੀਆਂ ਦੇ ਥਪੇੜੇ ਖਾਂਦਾ, ਪਤਾ ਨਹੀਂ ਕਿੱਧਰ ਨੂੰ ਜਾਂਦਾ। ਕਹੋ ਸਤਨਾਮ ਸ੍ਰੀ। ਇੱਕ 4 ਪਦੀਆਂ ਦੀ ਵਿਚਾਰ ਆਪਾਂ ਸਰਵਣ ਕੀਤੀ, ਅੱਗੇ 5ਵਾਂ ਫਦਾ ਹੈ। ਫਿਰ ਕਰਨਾ ਕੀ ਆ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਕਮ ਹੈ ਕਰਮ ਕਮਾਵਨੇ ਪਇਆ ਕਿਰਤ ਫਿਰਾਓ, ਹੁਕਮ ਹੈ ਦਰਸ਼ਨ ਦੇਖਣਾ ਜੈ ਭੇਜੇ ਤਹਿ ਜਾਓ। ਇਹ 5ਵੇਂ ਪਦੇ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।